ਦੋਸਤੋ ਕੁਝ ਦਿਨ ਪਹਿਲਾਂ ਹੀ ਮੈਂ ਆਪਣੇ ਘਰ ਦੇ ਵਿੱਚ ਕੰਮ ਕਰਨ ਵਾਲੀ ਨੂੰ ਰੱਖ ਲਿਆ ਸੀ। ਉਹ ਸਾਡੇ ਘਰ ਦੇ ਵਿੱਚ ਹੀ ਰਹਿੰਦੀ ਸੀ। ਮੈਂ ਜੋ ਵੀ ਕੰਮ ਕਰਨ ਨੂੰ ਕਹਿੰਦੀ ਉਹ ਸਾਰਾ ਕੰਮ ਕਰ ਲੈਂਦੀ ਸੀ। ਉਸ ਦੇ ਆਉਣ ਕਰਕੇ ਮੈਨੂੰ ਬਹੁਤ ਸੁੱਖ ਹੋ ਗਿਆ ਸੀ। ਉਸ ਦਾ ਹਜੇ ਤੱਕ ਵਿਆਹ ਨਹੀਂ ਸੀ ਹੋਇਆ। ਇੱਕ ਦਿਨ ਅਚਾਨਕ ਰਾਤ ਨੂੰ ਮੈਨੂੰ ਸੁੱਤੀ ਪਈ ਨੂੰ ਕਿਸੇ ਦੇ ਉਲਟੀਆਂ ਕਰਨ ਦੀ ਆਵਾਜ਼ ਸੁਣੀ ਤਾਂ ਮੈਂ ਜਦੋਂ ਆਪਣੇ ਬੈੱਡ ਦੇ ਉੱਪਰ ਦੇਖਿਆ ਤਾਂ ਮੇਰੇ ਪਤੀ ਵੀ ਕਮਰੇ ਵਿੱਚ ਨਹੀਂ ਸਨ। ਮੈਂ ਸੋਚਿਆ ਕਿ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਅਤੇ ਉਲਟੀਆਂ ਕਰ ਰਹੇ ਹਨ। ਮੈਂ ਉੱਠ ਕੇ ਜਦੋਂ ਦੇਖਿਆ ਤਾਂ ਮੈਂ ਬਾਥਰੂਮ ਵੱਲ ਗਈ ਤਾਂ ਉੱਥੇ ਕੋਈ ਨਹੀਂ ਸੀ। ਮੈਨੂੰ ਆਵਾਜ਼ ਫਿਰ ਬਾਹਰੋਂ ਸੁਣਾਈ ਦਿੱਤੀ ਤਾਂ ਮੈਂ ਬਾਹਰਲੇ ਬਾਥਰੂਮ ਵੱਲ ਗਈ। ਉੱਥੇ ਸਾਡੀ ਨੌਕਰਾਣੀ ਉਲਟੀਆਂ ਕਰ ਰਹੀ ਸੀ ਅਤੇ ਮੇਰੇ ਪਤੀ ਉਸ ਦੀ ਦੇਖਭਾਲ ਕਰ ਰਹੇ ਸੀ। ਉਸ ਨੂੰ ਪਾਣੀ ਪਿਲਾ ਰਹੇ ਸੀ ਅਤੇ ਉਸ ਦੀ ਢੂੰਹੀ 'ਤੇ ਹੱਥ ਮਾਰ ਰਹੇ ਸਨ। ਇਹ ਦੇਖ ਕੇ ਮੇਰੇ ਤਾਂ ਹੋਸ਼ ਉੱਡ ਗਏ। ਉਹ ਇਸ ਤਰ੍ਹਾਂ ਉਲਟੀਆਂ ਕਿਉਂ ਕਰ ਰਹੀ ਹੈ? ਮੈਨੂੰ ਉਸ ਦੀ ਉਲਟੀਆਂ ਕਰਨ ਦਾ ਅਜੀਬ ਜਿਹਾ ਲੱਗਾ। ਮੈਂ ਤੇ ਮੇਰੇ ਪਤੀ ਘਰ ਵਿੱਚ ਇਕੱਲੇ ਰਹਿੰਦੇ ਸਨ। ਸਾਡੇ ਵਿਆਹ ਨੂੰ 8 ਸਾਲ ਹੋ ਚੁੱਕੇ ਸਨ। ਅਜੇ ਤੱਕ ਸਾਡੇ ਕੋਈ ਬੱਚਾ ਨਹੀਂ ਸੀ ਹੋਇਆ। ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਆਪਾਂ ਡਾਕਟਰ ਕੋਲ ਚੈੱਕਅਪ ਕਰਵਾਉਣ ਜਾਈਏ ਤਾਂ ਮੈਂ ਗੁੱਸੇ ਵਿੱਚ ਹੋ ਕੇ ਕਿਹਾ, ਮੈਨੂੰ ਚੈੱਕਅਪ ਦੀ ਕੋਈ ਲੋੜ ਨਹੀਂ, ਤੁਹਾਨੂੰ ਹੈ। ਮੈਂ ਕਿਉਂ ਕਰਵਾਵਾਂ ਆਪਣਾ ਚੈੱਕਅਪ? ਤੁਸੀਂ ਜਾ ਕੇ ਆਪਣਾ ਚੈੱਕਅਪ ਕਰਵਾ ਕੇ ਆਓ। ਜਦੋਂ ਮੈਂ ਇੰਨੀ ਗੱਲ ਕਹੀ ਤਾਂ ਉਹ ਬਿਨਾਂ ਕੁਝ ਕਹੇ ਘਰੋਂ ਬਾਹਰ ਚਲੇ ਗਏ। ਬੱਚੇ ਨੂੰ ਲੈ ਕੇ ਸਾਡੇ ਵਿੱਚ ਬਹੁਤ ਲੜਾਈ ਝਗੜਾ ਹੋਣ ਲੱਗ ਪਿਆ ਸੀ। ਉਹ ਹੁਣ ਘਰ ਦੇ ਵਿੱਚ ਬਹੁਤ ਘੱਟ ਸਮਾਂ ਗੁਜ਼ਾਰਦੇ ਸੀ। ਸੁਬਾਹ ਉੱਠਣ ਸਾਰ ਕੰਮ 'ਤੇ ਚਲੇ ਜਾਂਦੇ ਅਤੇ ਰਾਤ ਨੂੰ ਲੇਟ ਵਾਪਸ ਆਉਂਦੇ। ਜਦੋਂ ਰਾਤ ਨੂੰ ਆਉਂਦੇ ਤਾਂ ਰੋਟੀ ਖਾ ਕੇ ਸੌਂ ਜਾਂਦੇ ਸੀ। ਮੈਂ ਘਰ ਦੇ ਵਿੱਚ ਸਾਰਾ ਦਿਨ ਇਕੱਲੀ ਮਜਬੂਰ ਹੋ ਕੇ ਰਹਿ ਜਾਂਦੀ ਸੀ। ਫਿਰ ਮੈਨੂੰ ਇੱਕ ਦਿਨ ਇੱਕ ਕੰਮ ਵਾਲੀ ਮਿਲੀ ਅਤੇ ਮੈਂ ਉਸ ਨੂੰ ਕੰਮ ਉੱਪਰ ਰੱਖ ਲਿਆ। ਉਸ ਦਾ ਕੋਈ ਨਹੀਂ ਸੀ, ਉਹ ਸਿਰਫ ਇਕੱਲੀ ਸੀ। ਉਹ ਸਾਰਾ ਘਰ ਦਾ ਕੰਮ ਸੰਭਾਲ ਲੈਂਦੀ ਸੀ। ਮੈਂ ਆਪਣੀਆਂ ਸਹੇਲੀਆਂ ਦੇ ਨਾਲ ਕਿੱਟੀ ਪਾਰਟੀ 'ਤੇ ਕਦੇ ਆਪਣੀਆਂ ਸਹੇਲੀਆਂ ਦੇ ਨਾਲ ਬਾਜ਼ਾਰ ਘੁੰਮਣ ਚਲੀ ਜਾਂਦੀ। ਜਦੋਂ ਵੀ ਇਹ ਕੰਮ ਵਾਲੀ ਆਈ ਸੀ ਮੈਨੂੰ ਬਹੁਤ ਸੌਖ ਹੋ ਗਈ ਸੀ। ਹੌਲੀ ਹੌਲੀ ਸਾਡੇ ਘਰ ਦਾ ਮਾਹੌਲ ਬਦਲਣਾ ਸ਼ੁਰੂ ਹੋ ਗਿਆ। ਮੈਂ ਵੀ ਆਪਣਾ ਜ਼ਿਆਦਾ ਸਮਾਂ ਆਪਣੀਆਂ ਸਹੇਲੀਆਂ ਦੇ ਨਾਲ ਗੁਜ਼ਾਰ ਦਿੰਦੀ ਸੀ। ਇੱਕ ਦਿਨ ਮੈਂ ਸ਼ਾਮ ਨੂੰ ਕਿੱਟੀ ਪਾਰਟੀ 'ਤੇ ਜਾਣਾ ਸੀ ਤਾਂ ਘਰ ਦੇ ਵਿੱਚ ਇਕੱਲੀ ਨੌਕਰਾਣੀ ਸੀ। ਮੈਨੂੰ ਕਿੱਟੀ ਪਾਰਟੀ 'ਤੇ ਗਈ ਨੂੰ 4 ਘੰਟੇ ਲੱਗ ਗਏ। ਜਦੋਂ ਮੈਂ ਥੱਕੀ ਹਾਰੀ ਘਰ ਪਹੁੰਚੀ ਤਾਂ ਮੈਂ ਡੋਰ ਬੈਲ ਵਜਾਈ ਤਾਂ ਸਾਡੀ ਨੌਕਰਾਣੀ ਨੇ ਮੇਨ ਗੇਟ ਨਾ ਖੋਲ੍ਹਿਆ। ਮੈਂ ਦਰਵਾਜ਼ੇ ਨੂੰ ਜ਼ੋਰ-ਜ਼ੋਰ ਖੜਕਾਉਣ ਲੱਗੀ ਪਰ ਫਿਰ ਵੀ ਉਸਨੇ ਗੇਟ ਨਾ ਖੋਲ੍ਹਿਆ। ਮੈਂ ਜ਼ੋਰ-ਜ਼ੋਰ ਦੀ ਗੇਟ ਨੂੰ ਖੜਕਾਇਆ ਤਾਂ ਉਸਨੇ ਅਚਾਨਕ ਆ ਕੇ ਗੇਟ ਖੋਲ੍ਹ ਦਿੱਤਾ। ਪਰ ਮੈਂ ਉਸਨੂੰ ਦੇਖ ਕੇ ਹੈਰਾਨ ਸੀ। ਉਸਨੇ ਇੱਕ ਨਵੀਂ ਸਾੜੀ ਪਾਈ ਹੋਈ ਸੀ। ਮੈਂ ਉਸਨੂੰ ਕਿਹਾ ਕਿ ਇਹ ਸਾੜੀ ਤੂੰ ਕਦੋਂ ਲੈ ਕੇ ਆਈ? ਤਾਂ ਉਸਨੇ ਕਿਹਾ ਕਿ ਇਹ ਸਾੜੀ ਮੇਰੀ ਮਾਂ ਦੀ ਹੈ। ਉਸਨੇ ਸਾੜੀ ਨੂੰ ਠੀਕ ਢੰਗ ਨਾਲ ਨਹੀਂ ਸੀ ਬੰਨ੍ਹਿਆ। ਮੈਂ ਗੁੱਸੇ ਵਿੱਚ ਘਰ ਦੇ ਅੰਦਰ ਚਲੀ ਗਈ। ਜਦੋਂ ਮੈਂ ਆਪਣੀ ਨੌਕਰਾਣੀ ਨੂੰ ਚਾਹ ਬਣਾਉਣ ਲਈ ਕਿਹਾ ਤਾਂ ਉਹ ਰਸੋਈ ਵਿੱਚ ਚਾਹ ਬਣਾਉਣ ਲਈ ਚਲੀ ਗਈ। ਮੇਰੇ ਪਤੀ ਕਮਰੇ ਵਿੱਚੋਂ ਆਉਂਦਿਆਂ ਨੂੰ ਦੇਖਿਆ ਤਾਂ ਮੈਂ ਹੈਰਾਨ ਹੋ ਗਈ। ਉਹ ਇਸ ਟਾਈਮ ਕਦੇ ਵੀ ਨਹੀਂ ਸੀ ਘਰ ਆਏ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਇਸ ਟਾਈਮ ਘਰ ਆਏ ਹੋ ਤਾਂ ਉਹਨਾਂ ਨੇ ਕਿਹਾ ਤਾਂ ਉਹ ਕਹਿੰਦੇ ਕਿ ਮੈਂ ਘਰ ਵੀ ਨਹੀਂ ਰਹਿ ਸਕਦਾ। ਮੈਂ ਕਿਹਾ ਨਹੀਂ, ਤੁਸੀਂ ਤਾਂ ਪਰ ਕਦੇ ਇਸ ਟਾਈਮ 'ਤੇ ਘਰ ਨਹੀਂ ਸੀ ਆਏ। ਉਹ ਕਹਿੰਦੇ ਮੇਰੀ ਤਬੀਅਤ ਖਰਾਬ ਸੀ, ਇਸ ਕਰਕੇ ਮੈਂ ਛੁੱਟੀ ਤੋਂ ਪਹਿਲਾਂ ਹੀ ਘਰ ਆ ਗਿਆ। ਹੁਣ ਮੇਰੇ ਪਤੀ ਬਹੁਤ ਜ਼ਿਆਦਾ ਘਰ ਵਿੱਚ ਰਹਿਣ ਲੱਗ ਪਏ ਸੀ। ਉਹ ਛੁੱਟੀ ਵਾਲੇ ਦਿਨ ਕੋਈ ਨਾ ਕੋਈ ਨਹੀਂ ਤਾਂ ਉਹ ਬਹਾਨਾ ਬਣਾ ਕੇ ਬਾਹਰ ਚਲੇ ਜਾਂਦੇ। ਉਹ ਹੁਣ ਘਰ ਦੇ ਵਿੱਚ ਵੀ ਕੋਈ ਨਾ ਕੋਈ ਕੰਮ ਕਰਨ ਲੱਗ ਪੈਂਦੇ। ਪਰ ਉਹਨਾਂ ਨੇ ਮੇਰੇ ਨਾਲ ਕਦੇ ਵੀ ਨਹੀਂ ਸੀ ਮਦਦ ਕਰਵਾਈ। ਉਹਨਾਂ ਦਾ ਬਿਲਕੁਲ ਸੁਭਾਅ ਬਦਲ ਗਿਆ ਸੀ। ਉਹ ਅਕਸਰ ਹੀ ਕਈ ਵਾਰ ਛੁੱਟੀ ਤੋਂ ਪਹਿਲਾਂ ਘਰ ਆ ਜਾਂਦੇ ਸੀ ਅਤੇ ਕਈ ਵਾਰ ਤਾਂ ਉਹ ਬਿਨਾਂ ਕੰਮ ਤੋਂ ਛੁੱਟੀ ਵੀ ਲੈ ਲੈਂਦੇ ਸੀ। ਜਦੋਂ ਨੌਕਰਾਣੀ ਖਾਣਾ ਬਣਾਉਂਦੀ ਤਾਂ ਉਸਦੇ ਖਾਣੇ ਦੀ ਬਹੁਤ ਤਾਰੀਫ ਕਰਦੇ। ਕਈ ਵਾਰ ਕੋਈ ਵੀ ਨਵੀਂ ਚੀਜ਼ ਬਣਾਉਣ ਲਈ ਕਹਿੰਦੇ ਤਾਂ ਉਹ ਕਹਿ ਦਿੰਦੀ ਕਿ ਸਾਹਿਬ ਮੈਂ ਇਹ ਸਬਜ਼ੀ ਕਦੇ ਨਹੀਂ ਬਣਾਈ। ਤਾਂ ਉਹ ਕਹਿ ਦਿੰਦੇ ਮੈਂ ਤੇਰੀ ਮਦਦ ਕਰ ਦੇਵਾਂਗਾ, ਤੁਸੀਂ ਅੱਜ ਉਹੀ ਸਬਜ਼ੀ ਬਣਾਇਓ। ਉਹ ਰਲ ਕੇ ਰਸੋਈ ਵਿੱਚ ਖਾਣਾ ਬਣਾਉਂਦੇ। ਮੈਨੂੰ ਥੋੜ੍ਹਾ ਸ਼ੱਕ ਹੋਣ ਲੱਗਿਆ। ਮੈਂ ਜਦੋਂ ਉਹਨਾਂ ਨੂੰ ਗੁੱਸੇ ਵਿੱਚ ਹੋ ਕੇ ਕਹਿੰਦੀ ਕਿ ਤੁਸੀਂ ਇਸ ਤਰ੍ਹਾਂ ਉਸ ਨਾਲ ਕੰਮ ਕਿਉਂ ਕਰਵਾਉਂਦੇ ਹੋ ਤਾਂ ਉਹ ਮੈਨੂੰ ਕਹਿੰਦੇ ਕਿ ਨਾਲੇ ਮੈਂ ਤੇਰੀ ਪਸੰਦ ਦਾ ਤੈਨੂੰ ਖਾਣਾ ਬਣਾ ਕੇ ਖਵਾਉਣਾ, ਫਿਰ ਤੂੰ ਮੇਰੇ 'ਤੇ ਸ਼ੱਕ ਕਿਉਂ ਕਰਦੀ ਹੈ? ਫਿਰ ਮੈਂ ਆਪਣੇ ਮਨ ਵਿੱਚ ਸੋਚਦੀ ਕਿ ਉਹ ਸਾਡੇ ਆਪਸ ਵਿੱਚ ਰਿਸ਼ਤੇ ਨੂੰ ਠੀਕ ਕਰਨ ਲਈ ਅਜਿਹਾ ਕਰ ਰਹੇ ਹਨ। ਇੱਕ ਦਿਨ ਅਚਾਨਕ ਨੂੰ ਮੇਰੀ ਰਾਤ ਨੂੰ ਅੱਖ ਖੁੱਲ੍ਹੀ
ਤਾਂ ਮੈਨੂੰ ਪਾਣੀ ਦੀ ਬਹੁਤ ਜ਼ਿਆਦਾ ਪਿਆਸ ਲੱਗੀ। ਜਦੋਂ ਮੈਂ ਆਪਣੇ ਕਮਰੇ ਵਿੱਚ ਆਪਣੇ ਪਤੀ ਨੂੰ ਦੇਖਿਆ ਤਾਂ ਉਹ ਕਮਰੇ ਵਿੱਚ ਨਹੀਂ ਸਨ। ਮੈਂ ਬੈੱਡ ਦੇ ਸਾਈਡ ਟੇਬਲ 'ਤੇ ਪਏ ਜੱਗ ਵਿੱਚੋਂ ਨੂੰ ਦੇਖਿਆ ਤਾਂ ਉਸ ਦੇ ਵਿੱਚ ਜੋ ਪਾਣੀ ਸੀ ਉਹ ਗਰਮ ਸੀ। ਗਰਮੀ ਦੀ ਰੁੱਤ ਸੀ। ਮੈਂ ਉੱਠ ਕੇ ਰਸੋਈ ਵਿੱਚੋਂ ਠੰਡਾ ਪਾਣੀ ਪੀਣ ਲਈ ਗਈ ਅਤੇ ਆਪਣੇ ਪਤੀ ਨੂੰ ਬਾਥਰੂਮ ਵਿੱਚ ਦੇਖਿਆ, ਪਰ ਉਹ ਉੱਥੇ ਵੀ ਨਹੀਂ ਸਨ। ਫਿਰ ਮੈਂ ਉਸ ਨੂੰ ਸਾਰੇ ਘਰ ਵਿੱਚ ਦੇਖਿਆ ਤਾਂ ਮੈਨੂੰ ਕਿਤੇ ਵੀ ਨਜ਼ਰ ਨਹੀਂ ਸੀ ਆ ਰਹੇ। ਮੈਂ ਘਬਰਾ ਗਈ। ਮੇਨ ਗੇਟ ਕੋਲ ਨੌਕਰਾਣੀ ਦਾ ਕਮਰਾ ਸੀ। ਜਦੋਂ ਮੈਂ ਉਸ ਦੇ ਕਮਰੇ ਵਿੱਚ ਦੇਖਿਆ ਤਾਂ ਮੈਂ ਹੋਰ ਵੀ ਹੈਰਾਨ ਹੋ ਗਈ। ਉੱਥੇ ਨੌਕਰਾਣੀ ਵੀ ਨਹੀਂ ਸੀ। ਫਿਰ ਮੈਂ ਮੇਨ ਗੇਟ ਦੇਖਿਆ। ਮੇਨ ਗੇਟ ਅੰਦਰੋਂ ਲੌਕ ਸੀ। ਮੈਨੂੰ ਯਕੀਨ ਸੀ ਕਿ ਉਹ ਹੈ ਤਾਂ ਘਰ ਵਿੱਚ ਹੀ ਨੇ। ਫਿਰ ਮੈਨੂੰ ਇੱਕਦਮ ਧਿਆਨ ਛੱਤ ਵੱਲ ਗਿਆ। ਮੈਂ ਤਾਂ ਹੌਲੀ ਹੌਲੀ ਪੌੜੀਆਂ ਚੜ੍ਹੀ ਤਾਂ ਮੈਂ ਜੋ ਦੇਖਿਆ, ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰਾ ਦਿਲ ਕੰਬਣ ਲੱਗ ਗਿਆ। ਸਾਡੀ ਨੌਕਰਾਣੀ ਮੇਰੇ ਪਤੀ ਦੇ ਗਲ ਵਿੱਚ ਬਾਹਾਂ ਪਾ ਕੇ ਲਿਪਟੀ ਹੋਈ ਸੀ। ਮੈਂ ਦੇਖ ਕੇ ਉੱਚੀ ਦੇਣੇ ਬੋਲੀ, ਅਮਿਤ, ਇਹ ਕੀ ਹੋ ਰਿਹਾ? ਤੁਹਾਨੂੰ ਸ਼ਰਮ ਨਹੀਂ ਆਈ? ਮੈਂ ਜਦੋਂ ਗੁੱਸੇ ਵਿੱਚ ਬੋਲੀ ਤਾਂ ਮੇਰੇ ਪਤੀ ਨੇ ਕਿਹਾ, ਕੀ ਹੋ ਰਿਹਾ? ਕੀ ਬੋਲ ਰਹੀ ਹੈ? ਪਹਿਲਾਂ ਦੇਖ ਤਾਂ ਲੈ। ਮੈਂ ਪਾਣੀ ਪੀਣ ਲਈ ਉੱਠਿਆ ਸੀ। ਪਾਣੀ ਜੱਗ ਵਿੱਚ ਗਰਮ ਸੀ। ਮੈਂ ਸੋਚਿਆ ਰਸੋਈ ਵਿੱਚੋਂ ਠੰਡਾ ਪਾਣੀ ਪੀ ਆਵਾਂ ਤਾਂ ਨੌਕਰਾਣੀ ਛੱਤ ਉੱਪਰ ਜਾ ਰਹੀ ਸੀ। ਮੈਂ ਵੀ ਉਸ ਦੇ ਪਿੱਛੇ ਪਿੱਛੇ ਆ ਗਿਆ। ਇਹ ਛੱਤ ਉੱਪਰ ਉੱਚੀ ਉੱਚੀ ਰੋ ਰਹੀ ਸੀ। ਇਸ ਨੂੰ ਆਪਣੀ ਮਾਂ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਸੀ। ਮੈਂ ਤਾਂ ਸਿਰਫ ਇਸ ਨੂੰ ਚੁੱਪ ਕਰਵਾ ਰਿਹਾ ਸੀ। ਤੂੰ ਬਿਨਾਂ ਕੁਝ ਸੋਚੇ ਸਮਝੇ ਕੀ ਕੁਝ ਬੋਲ ਰਹੀ ਹੈ? ਤੈਨੂੰ ਤਾਂ ਹੁਣ ਸ਼ੱਕ ਕਰਨ ਦੀ ਆਦਤ ਪੈ ਗਈ ਹੈ। ਪਰ ਮੇਰਾ ਦਿਲ ਨਹੀਂ ਸੀ ਮੰਨ ਰਿਹਾ। ਮੈਨੂੰ ਨਾ ਨੌਕਰਾਣੀ 'ਤੇ ਮੇਰੇ ਪਤੀ ਦੇ ਉੱਪਰ ਸ਼ੱਕ ਹੋਣ ਲੱਗਾ ਸੀ ਕਿ ਜੋ ਵੀ ਹੋ ਰਿਹਾ ਠੀਕ ਨਹੀਂ ਹੋਇਆ। ਮੈਂ ਗੁੱਸੇ ਵਿੱਚ ਨੌਕਰਾਣੀ ਨੂੰ ਵੀ ਬਹੁਤ ਕੁਝ ਕਿਹਾ। ਮੇਰੇ ਪਤੀ ਕਮਰੇ ਵਿੱਚ ਆ ਗਏ ਅਤੇ ਮੈਂ ਵੀ ਕਮਰੇ ਵਿੱਚ ਆ ਗਈ। ਪਰ ਮੈਂ ਹੁਣ ਮਨ ਵਿੱਚ ਸੋਚ ਲਿਆ ਸੀ ਕਿ ਮੈਂ ਨੌਕਰਾਣੀ ਨੂੰ ਹੁਣ ਘਰ ਵਿੱਚੋਂ ਨਹੀਂ ਰੱਖਣਾ। ਮੈਂ ਸੁਬਾਹ ਆਪਣੇ ਪਤੀ ਨੂੰ ਕਿਹਾ ਕਿ ਮੈਂ ਨੌਕਰਾਣੀ ਨੂੰ ਕੰਮ ਤੋਂ ਹਟਾ ਦੇਣਾ ਤਾਂ ਉਹ ਗੁੱਸੇ ਹੋ ਕੇ ਬੋਲੇ, ਕੀ ਹੁਣ ਮੈਂ ਸੁੱਖ ਦੀ ਰੋਟੀ ਵੀ ਨਹੀਂ ਖਾ ਸਕਦਾ? ਤੂੰ ਤਾਂ ਮੇਰੇ ਨਾਲ ਲੜਦੀ ਰਹਿੰਦੀ ਹੈ। ਮੈਨੂੰ ਖਾਣਾ ਵੀ ਨਹੀਂ ਬਣਾ ਕੇ ਦਿੰਦੀ। ਨਾਲੇ ਤੇਰੇ ਤੋਂ ਘਰ ਦਾ ਕੋਈ ਕੰਮ ਨਹੀਂ ਹੁੰਦਾ। ਤੈਨੂੰ ਤਾਂ ਲੋਕਾਂ 'ਤੇ ਸ਼ੱਕ ਕਰਨ ਦੀ ਆਦਤ ਪੈ ਗਈ ਹੈ। ਪਰ ਮੈਂ ਆਪਣੇ ਮਨ ਵਿੱਚ ਬਹੁਤ ਪਛਤਾ ਰਹੀ ਸੀ ਕਿ ਮੈਂ ਨਾ ਇਸ ਨੌਕਰਾਣੀ ਨੂੰ ਘਰ ਵਿੱਚ ਕਿਉਂ ਰੱਖਿਆ। ਪਹਿਲਾਂ ਮੇਰੇ ਪਤੀ ਅਸੀਂ ਵਧੀਆ ਇਕੱਠੇ ਰਹਿੰਦੇ ਸੀ, ਭਾਵੇਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਸੀ ਪਰ ਫਿਰ ਵੀ ਸੁੱਖ ਨਾਲ ਰਹਿੰਦੇ ਸੀ। ਪਰ ਹੁਣ ਤਾਂ ਮੇਰੇ ਪਤੀ ਮੇਰੇ ਨਾਲੋਂ ਪਹਿਲਾਂ ਤੋਂ ਵੀ ਨਾਲੋਂ ਵੀ ਦੂਰ ਹੋ ਗਏ ਸੀ। ਇੱਕ ਦਿਨ ਨੌਕਰਾਣੀ ਰਸੋਈ ਵਿੱਚ ਕੰਮ ਕਰ ਰਹੀ ਸੀ। ਅਚਾਨਕ ਉਸ ਨੂੰ ਉਲਟੀ ਆਉਣ ਲੱਗੀ। ਮੈਂ ਹੈਰਾਨ ਸੀ, ਉਸ ਨੂੰ ਇਸ ਤਰ੍ਹਾਂ ਉਲਟੀਆਂ ਕਿਉਂ ਆ ਰਹੀਆਂ? ਉਸ ਦੀਆਂ ਉਲਟੀਆਂ ਬਿਮਾਰੀ ਵਾਲੀਆਂ ਨਹੀਂ ਸੀ। ਮੈਨੂੰ ਪਤਾ ਸੀ ਕਿ ਉਹ ਘਰ ਤੋਂ ਬਾਹਰ ਤਾਂ ਨਹੀਂ ਜਾਂਦੀ। ਮੈਂ ਸੋਚਿਆ ਕਿ ਉਸ ਦੇ ਨਾਲ ਇਸ ਬਾਰੇ ਵਿੱਚ ਕੱਲ੍ਹ ਨੂੰ ਗੱਲ ਕਰਾਂਗੀ। ਪਰ ਫਿਰ ਉਸੇ ਰਾਤ ਮੈਨੂੰ ਉਲਟੀ ਕਰਨ ਦੀ ਆਵਾਜ਼ ਆਈ ਤਾਂ ਮੈਂ ਕਮਰੇ ਵਿੱਚ ਦੇਖਿਆ ਮੇਰੇ ਪਤੀ ਵੀ ਕਮਰੇ ਵਿੱਚ ਨਹੀਂ ਸਨ। ਫਿਰ ਜਦੋਂ ਮੈਂ ਬਾਹਰ ਗਈ ਤਾਂ ਮੇਰੇ ਪਤੀ ਤਾਂ ਨੌਕਰਾਣੀ ਕੋਲ ਖੜੇ ਸਨ ਅਤੇ ਉਸ ਦੀ ਢੂੰਹੀ ਉੱਪਰ ਹੱਥ ਫੇਰ ਰਹੇ ਸੀ। ਮੈਨੂੰ ਬਹੁਤ ਗੁੱਸਾ ਆਇਆ। ਮੈਂ ਉੱਚੀ ਉੱਚੀ ਬੋਲਣ ਲੱਗੀ। ਮੇਰੇ ਪਤੀ ਬਿਨਾਂ ਡਰ ਤੋਂ ਨੌਕਰਾਣੀ ਨੂੰ ਉਸ ਦੇ ਕਮਰੇ ਵਿੱਚ ਛੱਡਣ ਚਲੇ ਗਏ। ਮੈਨੂੰ ਉਹਨਾਂ 'ਤੇ ਇੰਨਾ ਗੁੱਸਾ ਆਇਆ ਕਿ ਮੈਂ ਸੋਚਿਆ ਕਿ ਮੈਂ ਹੁਣ ਨਹੀਂ ਰਹਿ ਸਕਦੀ ਇਸ ਘਰ ਵਿੱਚ। ਮੈਂ ਸੁਬਾਹ ਦੀ ਉਡੀਕ ਕਰਨ ਲੱਗੀ। ਮੈਨੂੰ ਹੁਣ ਆਪਣੇ ਪਤੀ ਤੋਂ ਤਲਾਕ ਵੀ ਨਹੀਂ ਸੀ ਚਾਹੀਦਾ। ਮੈਂ ਆਪਣੇ ਮਨ ਵਿੱਚ ਇਹ ਸੋਚ ਲਿਆ ਸੀ ਕਿ ਮੈਂ ਇਹ ਘਰ ਛੱਡ ਕੇ ਚਲੀ ਜਾਵਾਂਗੀ। ਸੁਬਾਹ ਮੈਂ ਆਪਣਾ ਸਮਾਨ ਪੈਕ ਕਰਿਆ। ਮੈਂ ਜਾਣ ਲੱਗੀ। ਮੇਰੇ ਪਤੀ ਨੇ ਕਿਹਾ, ਤੂੰ ਕਿੱਥੇ ਜਾ ਰਹੀ ਹੈ? ਮੈਂ ਕਿਹਾ, ਮੈਂ ਇਹ ਘਰ ਸਦਾ ਲਈ ਛੱਡ ਕੇ ਜਾ ਰਹੀ ਹਾਂ। ਤੁਸੀਂ ਕਰੋ ਆਪਣੀਆਂ ਮਨਮਰਜ਼ੀਆਂ। ਸ਼ਾਇਦ ਮੇਰੇ ਵਿੱਚ ਹੀ ਕਮੀ ਰਹਿ ਗਈ ਸੀ। ਮੈਂ ਆਪਣੇ ਰਿਸ਼ਤੇ ਨੂੰ ਸੰਭਾਲ ਨਾ ਸਕੀ। ਮੈਂ ਤੁਹਾਨੂੰ ਸੁੱਖ ਨਾ ਦੇ ਸਕੀ। ਪਰ ਤੁਸੀਂ ਵੀ ਮੇਰੀ ਕੋਈ ਕਦਰ ਨਹੀਂ ਸੀ ਕਰੀ। ਮੇਰੇ ਪਤੀ ਨੇ ਵੀ ਮੈਨੂੰ ਰੋਕਣ ਦੀ ਕੋਸ਼ਿਸ਼ ਨਾ ਕਰੀ। ਉਹ ਵੀ ਮੇਰੇ ਤੋਂ ਅੱਕੇ ਪਏ ਸੀ। ਪਰ ਮੈਂ ਹੁਣ ਆਪਣੇ ਅੰਦਰੋਂ ਅੰਦਰ ਬਹੁਤ ਟੁੱਟ ਚੁੱਕੀ ਸੀ। ਮੈਂ ਘਰ ਛੱਡ ਕੇ ਚਲੀ ਗਈ। ਜਦੋਂ ਮੈਨੂੰ ਬਾਅਦ ਵਿੱਚ ਪਤਾ ਚੱਲਿਆ ਕਿ ਮੇਰੇ ਪਤੀ ਨੇ ਨੌਕਰਾਣੀ ਨੂੰ ਘਰ ਵਿੱਚ ਰੱਖ ਲਿਆ ਅਤੇ ਉਹਨਾਂ ਦੇ ਇੱਕ ਬੱਚਾ ਵੀ ਹੋ ਗਿਆ, ਪਰ ਮੈਂ ਆਪਣੀ ਜਿੱਦ ਨਾਲ ਆਪਣਾ ਹੱਸਦਾ ਵਸਦਾ ਘਰ ਉਜਾੜ ਲਿਆ ਸੀ। ਹਾਂਜੀ ਦੋਸਤੋ, ਤੁਹਾਡੀ ਕੀ ਰਾਏ ਆ ਇਸ ਕਹਾਣੀ ਬਾਰੇ? ਅਮਿਤ ਨੇ ਜੋ ਕਰਿਆ ਉਹ ਠੀਕ ਕਰਿਆ ਕਿ ਗਲਤ ਕਰਿਆ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰ ਦਿਓ। ਤੁਸੀਂ ਆਪਣਾ ਕੀਮਤੀ ਵਕਤ ਸਾਡੀ ਕਹਾਣੀ ਨੂੰ ਦਿੱਤਾ, ਤੁਹਾਡਾ ਤਹਿ ਦਿਲੋਂ ਧੰਨਵਾਦ। ਮਿਲਾਂਗੇ ਜੀ ਕੱਲ੍ਹ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।